ਵਾਹਿਗੁਰੂ ਜੀ ਜੀ ਕਾ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਅਨਾਥ ਨਾਥ ਜਗਤ ਗੁਰੂ ਦੀਨਾ ਬੰਧੂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗਰੀਬ ਨਵਾਜ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿੱਚ ਹਾਜ਼ਰੀਆਂ ਭਰ ਰਹੇ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ 'ਚ ਨਿਤਾ ਪ੍ਰਤੀ ਇਕੱਤਰ ਹੋ ਕੇ ਸਾਹਿਬੇ ਕਮਾਲ ਪੰਥ ਦੇ ਵਾਲੀ ਚਿੱਟਿਆਂ ਬਾਜਾਂ ਵਾਲੇ ਸਤਿਗੁਰੂ ਸ਼ਮਸ਼ੇਰੇ ਬਹਾਦਰ ਦੇਗ ਔਰ ਤੇਗ ਕੇ ਧਨੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਬਹੁਤ ਹੀ ਅਦਬ ਸਤਿਕਾਰ ਔਰ ਸ਼ਰਧਾ ਸਹਿਤ ਆਪ ਜੀ ਸਰਵਣ ਕਰ ਰਹੇ। ਭੰਗਾਣੀ ਦੇ ਜੰਗ ਵਿੱਚ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਆਪ ਹੁਣ ਅੱਗੇ ਵਧੇ ਹਨ। ਕਮਾਨ ਦੀ ਤੰਦੀ ਤੇ ਤੀਰ ਚਾੜ ਕੇ ਅਨੇਕਾਂ ਵੈਰੀਆਂ ਦੀਆਂ ਛਾਤੀਆਂ ਸਾਹਿਬਾਂ ਪਰੋਈਆਂ ਹਨ। ਭਾਈ ਸੰਗੋ ਸ਼ਾਹ ਜੀ ਨਜਾਬਤ ਖਾਨ ਪਠਾਨ ਨੂੰ ਮਾਰ ਕੇ ਆਪ ਵੀ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ ਨੇ। ਰਾਜਾ ਹਰੀ ਚੰਦ ਹੋਸ਼ ਵਿੱਚ ਆਇਆ, ਪਹਾੜੀਆਂ ਦੀ ਭੱਜਦੀ ਜਾਂਦੀ ਫੌਜ ਨੂੰ ਰੋਕ ਕੇ ਇੱਕ ਵਾਰੀ ਸਤਿਗੁਰਾਂ ਤੇ ਆਣ ਪਿਆ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਉੱਤੇ ਰਾਜੇ ਹਰੀ ਚੰਦ ਨੇ 3 ਤੀਰ ਚਲਾਏ। ਇੱਕ ਤੀਰ ਸਤਿਗੁਰਾਂ ਦੇ ਘੋੜੇ ਦੀ ਕਾਠੀ ਵਿੱਚ ਆ ਕੇ ਵੱਜਾ ਹੈ, ਦੂਸਰਾ ਤੀਰ ਸਤਿਗੁਰਾਂ ਦੇ ਕੰਨ ਨੂੰ ਛੂਹ ਕੇ ਨਿਕਲ ਗਿਆ, ਤੀਸਰਾ ਤੀਰ ਮਹਾਰਾਜ ਜੀ ਦੀ ਲੱਕ ਨਾਲ ਬੱਧੀ ਹੋਈ ਕਮਰ ਕੱਸੇ ਨਾਲ ਬੱਧੀ ਹੋਈ ਜਿਹੜੀ ਚਮੜੇ ਦੀ ਪੇਟੀ ਸੀ ਉਹਦੇ 'ਚ ਵੱਜਿਆ। ਉਸ ਨੂੰ ਚੀਰਦਿਆਂ ਹੋਇਆਂ ਉਹ ਚੁੰਝ ਤੀਰ ਦੀ ਸਤਿਗੁਰਾਂ ਦੇ ਪੇਟ ਵਿੱਚ ਜਾ ਧਸੀ ਹੈ। ਥੋੜ੍ਹਾ ਜਿਹਾ ਘਾਵ ਆਇਆ। ਜਦੋਂ ਉਸ ਤੀਰ ਨੂੰ ਪੁੱਟਿਆ ਤੇ ਮਹਾਰਾਜ ਜੀ ਆਖਿਆ, ਹਰੀ ਚੰਦ ਕੀ ਤੀਰ ਇੱਦਾਂ ਚਲਾਈ ਦੇ ਨੇ? ਤੂੰ 3 ਵਾਰ ਕਰ ਲਏ ਹਨ, ਆ ਹੁਣ ਸਾਡੇ ਸਾਹਮਣੇ ਤੈਨੂੰ ਅਸੀਂ ਦੱਸੀਏ ਤੀਰ ਕਿਵੇਂ ਚਲਾਈ ਦੇ ਨੇ, ਤੀਰ ਵਿੱਦਿਆ ਕਿਸ ਨੂੰ ਆਖਦੇ ਨੇ। ਗੁਰਦੇਵ ਨੇ ਆਪਣੇ ਕਮਾਨ ਦੇ ਚਿਲੇ ਤੇ ਤੀਰ ਚਾੜ ਕੇ ਰਾਜੇ ਹਰੀ ਚੰਦ ਦਾ ਨਿਸ਼ਾਨਾ ਸੇਧਿਆ। ਇਹਦੇ ਹਿਰਦੇ ਵਾਲੀ ਥਾਂ ਨੂੰ ਤੀਰ ਚੀਰ ਕੇ ਪਾਰ ਜਾ ਨਿਕਲਿਆ ਔਰ ਹਰੀ ਚੰਦ ਨੂੰ ਗੁਰਦੇਵ ਨੇ ਰਣ ਭੂਮੀ ਵਿੱਚ ਮਾਰਿਆ ਹੈ। ਇਹਦੇ ਮਰਨ ਦੀ ਦੇਰੀ ਸੀ, ਜਿੰਨੀ ਪਹਾੜੀਆਂ ਦੀ ਫੌਜ ਸੀ ਭੱਜ ਪਈ। ਪਠਾਣਾਂ ਦੀ ਫੌਜ ਰਣ ਭੂਮੀ ਵਿੱਚ ਮਾਰੀ ਗਈ। ਤੋ ਇਸ ਪ੍ਰਕਾਰ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭੰਗਾਣੀ ਦੇ ਜੰਗ ਵਿੱਚ ਜਿੱਤ ਪ੍ਰਾਪਤ ਕਰ ਲਈ ਹੈ। ਰਾਜੇ ਫਤਿਹ ਸ਼ਾਹ ਨੇ ਮੁੜ ਕੇ ਹੌਸਲਾ ਨਹੀਂ ਕੀਤਾ ਵੀ ਅੱਗੇ ਆ ਕੇ ਮੈਂ ਮੁਕਾਬਲਾ ਕਰਾਂ। ਸਾਰੇ ਜੰਗ ਦੇ ਦੌਰਾਨ ਪਿੱਛੇ ਹੀ ਖਲੋਤਾ ਰਿਹਾ ਤੇ ਪਿਛਲੇ ਪਾਸਿਓਂ ਹੀ ਪਿਛਾਂਹ ਨੂੰ ਵਾਪਸ ਮੁੜ ਗਿਆ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਾਹਿਬੇ ਕਮਾਲ ਸਤਿਗੁਰਾਂ ਦੀ ਪਾਵਨ ਕਥਾ ਸਰਵਣ ਕਰੀਏ ਕਿ ਗਰੀਬ ਨਵਾਜ ਸਾਹਿਬ ਜੀ ਮਹਾਰਾਜ ਆਪਣੇ ਦਰ ਘਰ ਦੇ ਮੁਰੀਦ ਪੀਰ ਬੁੱਧੂ ਸ਼ਾਹ ਜੀ 'ਤੇ ਕਿਰਪਾ ਕਰ ਰਹੇ ਨੇ। ਉਹਨਾਂ ਨੂੰ ਬਖਸ਼ਿਸ਼ਾਂ ਦੇ ਕੇ ਨਿਵਾਜ ਰਹੇ ਨੇ। ਮਨ ਬਿਰਤੀਆਂ ਇਕਾਗਰ ਕਰਨ ਲਈ ਸਤਿਗੁਰਾਂ ਵੱਲੋਂ ਬਖਸ਼ਿਸ਼ ਕੀਤੇ ਗਏ ਪਵਿੱਤਰ ਗੁਰ ਮੰਤਰ ਦਾ ਆਸਰਾ ਲਈਏ। ਰਸਨਾ ਨੂੰ ਪਵਿੱਤਰ ਕਰੋ ਤੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਭਾਗਿਓ ਸ਼ਾਹ ਪਹਾੜ ਕੋ ਫਤਿਹ ਸ਼ਾਹ ਧਰ ਤਰਾਸ। ਰਾਜਾ ਫਤਿਹ ਸ਼ਾਹ ਆਪਣੇ ਮਨ 'ਚ ਤਰਾਸ ਧਾਰਨ ਕਰਕੇ, ਡਰ ਧਾਰਨ ਕਰਕੇ ਆਪਣੀਆਂ ਪਹਾੜੀ ਰਿਆਸਤਾਂ ਵਾਲੇ ਪਾਸੇ ਨੂੰ ਦੌੜ ਗਿਆ
ਨੱਠ ਗਿਆ। ਡਰ ਦੇ ਮਨ 'ਚ ਇਸ ਗੱਲ ਦਾ ਸੀ ਕਿ ਕਿਤੇ ਹੁਣ ਸਤਿਗੁਰੂ ਜੀ ਹਰੀ ਚੰਦ ਰਾਜੇ ਨੂੰ ਮਾਰ ਕੇ ਮੇਰੇ ਵੱਲ ਵੱਧ ਕੇ ਮੈਨੂੰ ਮਾਰਨ ਨਾ ਆ ਪੈਣ। ਤਾਂ ਉਸ ਵਕਤ ਭੈ ਰੱਖ ਕੇ ਹਿਰਦੇ 'ਚ ਤਰਾਸ ਧਾਰਨ ਕਰਕੇ ਰਾਜਾ ਫਤਿਹ ਸ਼ਾਹ ਆਪਣੀ ਰਿਆਸਤ ਵੱਲ ਦੌੜਿਆ ਹੈ, ਭੱਜਿਆ ਹੈ। ਮਾਰੇ ਗਏ ਪਠਾਨ ਗਨ, ਹਰੀ ਚੰਦ ਪੁਨ ਨਾਸ਼। ਪਠਾਨ ਮਾਰੇ ਗਏ ਨੇ। ਪਠਾਣਾਂ ਦੇ ਨਾਲ ਇਹਨਾਂ ਦਾ ਸਭ ਤੋਂ ਵੱਡਾ ਸਿਪਾਹ ਸਾਲਾਰ, ਜਿਹਦੇ ਤੇ ਬੜਾ ਮਾਣ ਤੇ ਗਰੂਰ ਰੱਖ ਕੇ ਲੜਨ ਵਾਸਤੇ ਆਏ ਸਨ, ਰਾਜਾ ਹਰੀ ਚੰਦ ਵੀ ਜੰਗ ਦੇ ਮੈਦਾਨ 'ਚ ਸਤਿਗੁਰਾਂ ਦੇ ਹੱਥੋਂ ਮਾਰਿਆ ਜਾ ਚੁੱਕਾ ਹੈ। ਮਾਰੇ ਹਜ਼ਾरों ਵੀਰ ਜੈ, ਜੀਵਤ ਚਲੇ ਪਲਾਏ। ਹਜ਼ਾਰਾਂ ਦੀ ਗਿਣਤੀ 'ਚ ਪਹਾੜੀਆਂ ਦੇ ਸੂਰਮੇ ਰਣ ਭੂਮੀ ਵਿੱਚ ਮਾਰੇ ਗਏ ਨੇ। ਜਿਹੜੇ ਬਚੇ ਨੇ ਉਹ ਜੰਗ ਦੇ ਮੈਦਾਨ ਨੂੰ ਛੱਡ ਕੇ ਭੱਜ ਗਏ ਹਨ। ਗਿਰਪਤ ਸੰਗ ਸਿਧਾਰ ਲੈ, ਗਏ ਤੁਰੰਗ ਤਵਾਏ। ਰਾਜੇ ਫਤਿਹ ਸ਼ਾਹ ਦੇ ਨਾਲ ਜਾ ਰਲੇ ਨੇ ਘੋੜੇ ਦੌੜਾ ਕੇ। ਰਸਤੇ ਵਿੱਚ ਕੋਈ ਨਹੀਂ ਰੁਕਦਾ, ਨਾ ਕੋਈ ਕਿਸੇ ਨੂੰ ਆਪਣੇ ਨਾਲ ਰਲਾਉਂਦਾ। ਬਸ ਤੇਜ਼ੀ ਨਾਲ ਜਿੱਧਰ ਮੂੰਹ ਕੀਤਾ ਉਧਰ ਹੀ ਦੌੜੇ ਜਾ ਰਹੇ ਹਨ। ਤੋਮਰ ਚੰਦ ਸਰਤਾ ਗਿਰੀ ਜਿਸ ਨਾਏ, ਤਿਸ ਮੈਂ ਗਿਰੇ ਬਹੁ ਜਾਏ। ਭੰਗਾਣੀ ਦੇ ਮੈਦਾਨ ਦੇ ਨਾਲ ਹੀ ਇੱਕ ਗਿਰੀ ਨਾਮਕ ਨਦੀ ਵਗਦੀ ਹੈ। ਇਹ ਜਮਨਾ ਵਿੱਚ ਆ ਰਲ ਜਾਂਦੀ ਹੈ। ਗਿਰੀ ਨਾਮਕ ਨਦੀ ਨੂੰ ਜਦੋਂ ਇਹ ਪਾਰ ਕਰਨ ਵਾਸਤੇ ਸਾਰੇ ਦੌੜੇ ਨਾ ਮੂੰਹ ਤਾਣੇ ਹੋ ਕੇ, ਉਹਨਾਂ ਵਿੱਚੋਂ ਕਈ ਪਹਾੜੀਏ ਉਸ ਨਦੀ ਦੇ ਵਿੱਚ ਰੁੜ ਕੇ ਮਰ ਗਏ। ਉਹਦੇ ਵਿੱਚ ਉਹਨੂੰ ਪਾਰ ਕਰਦਿਆਂ ਹੋਇਆਂ ਕਾਹਲੀ ਨਾਲ ਉਤਾਵਲੇ ਹੋਏ ਉਹਦੇ 'ਚ ਜਾ ਕੇ ਡਿੱਗ ਕੇ ਮਰ ਗਏ। ਤਰ ਹੋਏ ਪਾਰੇ ਕੋਏ, ਵਿੱਚ ਡੂਬ ਗਏ ਤਿਸ ਜੋਏ। ਔਰ ਕਹਿੰਦੇ ਜਿਨ੍ਹਾਂ ਨੂੰ ਥੋੜਾ ਬਹੁਤਾ ਤਰਨਾ ਆਉਂਦਾ ਸੀ ਉਹ ਤਾਂ ਤਰ ਕੇ ਨਦੀ ਤੋਂ ਪਾਰ ਚਲੇ ਗਏ, ਔਰ ਜਿਨ੍ਹਾਂ ਨੂੰ ਤਰਨਾ ਨਹੀਂ ਸੀ ਆਉਂਦਾ ਉਹ ਇਸੇ ਨਦੀ ਦੇ ਵਿੱਚ ਡੁੱਬ ਗਏ। ਗਿਰ ਪੈ ਚੜੇ ਕਿਤ ਜਾਏ, ਔਰ ਉਧਰੋਂ ਅੱਗੇ ਪਹਾੜਾਂ ਵਾਲੇ ਪਾਸੇ ਨੂੰ ਜਾ ਚੜੇ ਹਨ। ਜੈ ਰਾਜਪੁਰਾ ਬਸਾਏ। ਭੰਗਾਣੀ ਦੇ ਨਾਲ ਹੀ ਇੱਕ ਨਗਰ ਹੈ ਰਾਜਪੁਰਾ, ਜਿੱਥੇ ਰਾਜਪੁਰਾ ਨਾਮਕ ਨਗਰ ਵਸਦਾ। ਜਮਨਾ ਨਦੀ ਦਿਸ਼ ਹੋਏ, ਉਸ ਪਾਸੇ ਨੂੰ ਜਾ ਕੇ ਠਹਿਰੇ ਨੇ। ਲਾਗੇ ਜਮਨਾ ਨਦੀ ਵਗਦੀ ਹੈ। ਡਰ ਭਾਜੇਂਗੇ ਤਰ ਕੋਏ। ਕਹਿੰਦੇ ਡਰ ਕੇ ਭੱਜਦੇ ਨੇ। ਜਦੋਂ ਉਹ ਸਰਤਾ ਗਿਰੀ ਸਰਤਾ ਪਾਰ ਕੀਤੀ ਤੇ ਅੱਗੇ ਜਮਨਾ ਸੀ, ਹੁਣ ਉਹਨੂੰ ਪਾਰ ਕਰਨਾ। ਹੁਣ ਕੋਈ ਨਿਕਲੇਗਾ ਉਹਨੂੰ ਤਰ ਕੇ। ਨੈ ਆਪ ਮੈਂ ਸੰਭਾਰ, ਕਿਸੇ ਨੇ ਆਪਣੇ ਆਪ ਦੇ ਨਾਲ ਦੇ ਸਾਥੀਆਂ ਨੂੰ ਨਹੀਂ ਸੰਭਾਲਿਆ। ਰਣ ਤਿਆਗ ਹੈ ਵਿਕਾਰ, ਔਰ ਬਿਕਰਾਰ ਰਣ ਭੂਮੀ ਨੂੰ, ਭਿਆਨਕ ਰਣ ਭੂਮੀ ਨੂੰ ਛੱਡ ਕੇ ਭੱਜਦੇ ਹਨ। ਮਰ ਗਏ ਪਲਾਵਤ ਕੋਏ। ਕਈ ਤਾਂ ਦੌੜਦੇ ਦੌੜਦੇ ਹੀ ਮਰ ਗਏ। ਜੰਗ ਦੇ ਮੈਦਾਨ ਤੋਂ ਡਰ ਕੇ ਭੱਜੇ ਪਰ ਭੱਜਦੇ ਹੀ ਮਰ ਗਏ। ਕਈ ਨਦੀਆਂ ਵਿੱਚ ਰੁੜ ਕੇ ਮਰ ਗਏ। ਕਈ ਇੱਕ ਦੂਜੇ ਦੇ ਪੈਰਾਂ ਥੱਲੇ, ਘੋੜਿਆਂ ਥੱਲੇ ਲਤਾੜੇ ਗਏ, ਮਿੱਧੇ ਗਏ। ਜਲ ਮੈਂ ਡੁੱਬੈ ਡਰ ਹੋਏ। ਕਈ ਡਰ ਦੇ ਨਾਲ ਪਾਣੀ ਦੇ ਵਿੱਚ ਹੀ ਡੁੱਬ ਰਹੇ ਨੇ। ਪਾਣੀ ਬੜਾ ਤੇਜ਼ ਚੱਲਦਾ ਨਦੀ ਦਾ, ਉਹਦੇ ਵਿੱਚ ਜਾ ਕੇ ਡੁੱਬ ਕੇ ਡਰ ਕੇ ਮਰ ਜਾਂਦੇ ਵੀ ਪਿੱਛੋਂ ਕਿਤੇ ਸਤਿਗੁਰਾਂ ਦੇ ਸੂਰਮੇ ਨਾ ਆ ਜਾਣ। ਪਹੁੰਚੀ ਤਿਨੋਂ ਸੁਧ ਧਾਮ, ਇਹਨਾਂ ਦੀ ਮੌਤ ਦੀ ਖਬਰ, ਇਹਨਾਂ ਪਹਾੜੀਆਂ ਦੇ ਮਰਨ ਦੀ ਖਬਰ ਇਹਨਾਂ ਦੇ ਘਰਾਂ ਵਿੱਚ ਪਹੁੰਚ ਗਈ। ਗੁਰ ਪਾਏ ਕੈ ਸੰਗਰਾਮ, ਕਿ ਸਤਿਗੁਰੂ ਕਲਗੀਧਰ ਜੀ ਨੇ ਭੰਗਾਣੀ ਦੇ ਜੰਗ ਦੇ ਦੌਰਾਨ ਜਿੱਤ ਪ੍ਰਾਪਤ ਕੀਤੀ ਹੈ। ਸਰ ਮਾਰ ਕੈ ਹੱਥ ਪ੍ਰਾਨ, ਔਰ ਸਤਿਗੁਰੂ ਜੀ ਨੇ ਆਪਣੇ ਤੀਰਾਂ ਨਾਲ ਅਨੇਕਾਂ ਦੀਆਂ ਛਾਤੀਆਂ ਵਿੰਨੀਆਂ ਨੇ। ਉਹਨਾਂ ਵਿੱਚੋਂ ਰਾਜਾ ਹਰੀ ਚੰਦ ਹੰਡੂਰੀਆ ਵੀ ਮਾਰਿਆ ਗਿਆ ਹੈ। ਰਣ ਖੇਤ ਰਾਖ ਨਿਧਾਨ, ਬਹੁਤ ਸਾਰਿਆਂ ਨੂੰ ਰਣ ਭੂਮੀ ਦੇ ਵਿੱਚ ਹੀ ਰੱਖ ਲਿਆ, ਵਾਪਸ ਨਹੀਂ ਪਰਤਣ ਦਿੱਤਾ।
ਵਾਪਸ ਨਹੀਂ ਮੁੜਨ ਦਿੱਤਾ। ਸੁਨ ਸ਼ੋਕ ਭਾ ਬਿਸਤਾਰ। ਇਹ ਸੁਣਦਿਆਂ ਪਹਾੜੀਆਂ ਦੇ ਘਰਾਂ ਵਿੱਚ ਇੱਕ ਪ੍ਰਕਾਰ ਦੀ ਸ਼ੋਕ ਦੀ ਲਹਿਰ ਦੌੜ ਪਈ। ਲੋਕ ਸ਼ੋਕਾਤੁਰ ਹੋ ਗਏ। ਤ੍ਰਿਗ ਰੋਦਤੀ ਜਲ ਤਾਰ। ਔਰ ਅੱਖਾਂ ਦੇ ਵਿੱਚੋਂ ਪਾਣੀ ਦੀਆਂ ਫੁਹਾਰਾਂ ਵਹਿਣ ਲੱਗ ਪਈਆਂ। ਘਰਾਂ ਵਿੱਚ ਪਿੱਟ ਸਿਆਪਾ ਪੈ ਗਿਆ। ਬੋ ਪੀਟਤੀ ਤਨ ਨਾਰ। ਔਰ ਬਹੁਤ ਸਾਰੀਆਂ ਇਸਤਰੀਆਂ ਆਪਣੇ ਤਨ ਤੇ ਦੁਹੱਥੜੇ ਮਾਰ ਕੇ ਪਿੱਟਦੀਆਂ ਹਨ। ਸਿਰ ਬਾਰ ਬ੍ਰਿੰਦ ਉਖਾਰ। ਆਪਣੇ ਸਿਰਾਂ ਦੇ ਵਾਲ ਖੋਲ ਕੇ ਉਹਨਾਂ ਨੂੰ ਪੁੱਟਦੀਆਂ ਹਨ। ਗਿਰ ਦੇਸ਼ ਬਾਇਸ ਤਾਰ। 22 ਧਾਰ ਦੀਆਂ ਰਿਆਸਤਾਂ ਦੇ ਰਾਜਿਆਂ ਦੇ ਬੜੇ ਬੜੇ ਸੂਰਮੇ ਜਿਹੜੇ ਜੰਗ ਭੂਮੀ 'ਚ ਰਣ ਭੂਮੀ 'ਚ ਮਰੇ ਹਨ। ਰੁਦਨੰਤ ਕੂਕਨ ਮਾਰ। ਤਕਰੀਬਨ ਉਹਨਾਂ ਸਾਰੀਆਂ ਰਿਆਸਤਾਂ ਵਿੱਚ ਰੋਣਾ ਧੋਣਾ ਪੈ ਗਿਆ। ਮਹਿਲਾਂ ਦੇ ਵਿੱਚੋਂ ਰੋਣ ਦੀ ਆਵਾਜ਼ ਸੁਣਾਈ ਦਿੰਦੀ ਹੈ। ਸਭ ਧਾਮ ਧਾਮਨ ਮਾਏ। ਔਰ ਸਾਰਿਆਂ ਘਰਾਂ ਦੇ ਵਿੱਚ ਤਕਰੀਬਨ 1-2 ਘਰ ਵਿੱਚ ਛੱਡ ਕੇ ਨਾਲ ਦੇ ਤੀਸਰੇ ਚੌਥੇ ਘਰ ਦੇ ਵਿੱਚ ਕੋਈ ਨਾ ਕੋਈ ਮਰਿਆ ਹੁੰਦਾ ਰਣ ਭੂਮੀ 'ਚ ਤੇ ਰੋਣਾ ਪਿਆ ਹੋਇਆ ਹੈ। ਤ੍ਰਿਏ ਬ੍ਰਿੰਦ ਹੋਏ ਬਿਲ ਪਾਏ। ਇਦਾਂ ਕਈ ਇਕੱਠੇ ਹੋ ਕੇ ਵਿਰਲਾਪ ਕਰਦੇ ਨੇ, ਰੋਂਦੇ ਤੇ ਕੁਰਲਾਉਂਦੇ ਹਨ। ਇਮ ਸ਼੍ਰੀ ਗੁਰੂ ਰਣਜੀਤ। ਇਸ ਪ੍ਰਕਾਰ ਨਾਲ ਬਾਜਾਂ ਵਾਲੇ ਕਲਗੀਧਰ ਪਾਤਸ਼ਾਹ ਨੇ ਜੰਗ ਦੇ ਮੈਦਾਨ 'ਚ ਜਿੱਤ ਪ੍ਰਾਪਤ ਕੀਤੀ ਹੈ। ਗੁਰੂ ਖਾਲਸਾ ਜੀ ਇਤਿਹਾਸਕਾਰ ਦੱਸਦੇ ਨੇ ਕਿ ਜਦੋਂ ਰਾਜਾ ਹਰੀ ਚੰਦ ਮਰਿਆ, ਇਹਦੇ ਨਾਲ ਹੋਰ ਕਈ ਰਾਜੇ ਜਿਹੜੇ ਚੰਗੇ ਵਜ਼ੀਰ ਅਹਿਲਕਾਰ ਮਰੇ। ਉਹਨਾਂ ਦੀਆਂ ਰਾਣੀਆਂ ਤੇ ਘਰ ਵਾਲੀਆਂ ਇੱਥੇ ਭੰਗਾਣੀ ਦੇ ਮੈਦਾਨ ਵਿੱਚ ਆਈਆਂ ਆਪਣੇ ਪਤੀ ਦੀਆਂ ਲਾਸ਼ਾਂ ਲੈਣ ਲਈ, ਕਿਉਂਕਿ ਫਤਿਹ ਸ਼ਾਹ ਇਹਨਾਂ ਦੀਆਂ ਲੋਥਾਂ ਲੈ ਕੇ ਨਹੀਂ ਸੀ ਗਿਆ, ਛੱਡ ਗਿਆ ਸੀ। ਉਹ ਆਈਆਂ, ਕਹਿਣ ਲੱਗੀਆਂ ਅਸੀਂ ਇਹਨਾਂ ਦੇ ਦਾਹ ਸੰਸਕਾਰ ਕਰਨੇ ਤੇ ਨਾਲ ਸਤੀ ਹੋਣਾ, ਕਿਉਂਕਿ ਇਹਨਾਂ ਵਿੱਚ ਸਤੀ ਹੋਣ ਦੀ ਪਰੰਪਰਾ ਸੀ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਵਰਜਿਆ ਤੇ ਨਾਲ ਕਿਹਾ ਕਿ ਭਾਈ ਲਾਸ਼ਾਂ ਤਾਂ ਦਿਆਂਗੇ ਇਹਨਾਂ ਦੀਆਂ ਸੰਸਕਾਰ ਕਰਨ ਲਈ, ਪਰ ਤੁਸੀਂ ਇਹਨਾਂ ਦੇ ਨਾਲ ਸਤੀ ਨਹੀਂ ਹੋਣਾ, ਇਹ ਸਾਡੀ ਸ਼ਰਤ ਹੈ। ਉੱਥੇ ਹੀ ਭੰਗਾਣੀ ਦੇ ਮੈਦਾਨ ਦੇ ਥੱਲੜੇ ਪਾਸੇ ਜਾ ਕੇ ਇਹਨਾਂ ਨੇ ਉਹਨਾਂ ਲਾਸ਼ਾਂ ਦਾ ਸੰਸਕਾਰ ਕੀਤਾ। ਪਰ ਸਤਿਗੁਰਾਂ ਤੋਂ ਓਹਲੇ ਹੋ ਕੇ ਕਈ ਇਸਤਰੀਆਂ ਉਸ ਵੇਲੇ ਆਪਣੇ ਪਤੀਆਂ ਦੀ ਚਿਖਾ ਦੇ ਵਿੱਚ ਸੜ ਕੇ ਸਤੀ ਵੀ ਹੋਈਆਂ। ਉਹਨਾਂ ਦੇ ਥੋੜ੍ਹੇ ਕੁਝ ਉਹ ਮੱਠ ਜਿਹੜੇ ਨੇ ਭੰਗਾਣੀ ਦੇ ਮੈਦਾਨ ਦੇ ਨੇੜੇ ਤੇੜੇ ਪਹਿਲਾਂ ਕਿਤੇ ਬਣੇ ਨਜ਼ਰ ਆਉਂਦੇ ਨੇ, ਜਿੱਥੇ ਉਹਨਾਂ ਪਹਾੜੀਆਂ ਦਾ ਸੰਸਕਾਰ ਹੋਇਆ ਤੇ ਉਹਨਾਂ ਦੇ ਨਾਲ ਉਹਨਾਂ ਦੀਆਂ ਘਰ ਵਾਲੀਆਂ ਸਤੀ ਹੋਈਆਂ ਹਨ। ਤੋ ਇਸ ਪ੍ਰਕਾਰ ਵੀ ਕਈ ਇਤਿਹਾਸਕਾਰਾਂ ਨੇ ਵੇਰਵਾ ਭੰਗਾਣੀ ਦੇ ਮੈਦਾਨ ਦਾ ਦਿੱਤਾ ਹੈ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਸ ਪ੍ਰਕਾਰ ਨਾਲ ਭੰਗਾਣੀ ਦੇ ਜੰਗ ਵਿੱਚ ਜਿੱਤ ਪ੍ਰਾਪਤ ਕੀਤੀ ਹੈ। ਬਜ ਦੁੰਦ ਪੈ ਰਣਜੀਤ। ਸਤਿਗੁਰਾਂ ਦੇ ਰਣਜੀਤ ਨਗਾਰੇ ਦੇ ਉੱਤੇ ਜਿੱਤ ਦੀਆਂ ਚੋਭਾਂ ਮਾਰੀਆਂ ਗਈਆਂ ਨੇ। ਜਿੱਤ ਦੇ ਭੰਗਾਣੀ ਦੇ ਮੈਦਾਨ 'ਚ ਨਿਸ਼ਾਨ ਝੁਲਾਏ ਗਏ ਹਨ। ਜੁਗ ਪ੍ਰਾਤ ਲੋਥ ਉਠਾਏ। ਸਤਿਗੁਰੂ ਜੀ ਨੇ ਆਪਣੇ ਦੋਨਾਂ ਭਰਾਵਾਂ ਦੀਆਂ, ਸ਼ਾਹ ਜੀ ਔਰ ਭਾਈ ਜੀਤ ਮੱਲ ਜੀ ਦੀਆਂ ਜਿਹੜੀਆਂ ਲੋਥਾਂ ਸਨ ਉਹ ਚੁੱਕੀਆਂ ਹਨ। ਪੁਰ ਪਾਵਟੇ ਪਹੁੰਚਾਏ। ਔਰ ਸ੍ਰੀ ਪੌਂਟਾ ਸਾਹਿਬ ਨਗਰ ਦੇ ਵਿੱਚ ਦੋਨਾਂ ਭਰਾਵਾਂ ਦੀਆਂ ਲਾਸ਼ਾਂ ਭੇਜੀਆਂ ਹਨ। ਸੰਸਕਾਰ ਕੀਨ ਬਣਾਏ। ਔਰ ਪੌਂਟਾ ਸਾਹਿਬ ਲਿਜਾ ਕੇ ਨਾ ਦੋਨਾਂ ਸੂਰਬੀਰ ਬਹਾਦਰ ਯੋਧਿਆਂ ਦਾ ਸੰਸਕਾਰ ਕੀਤਾ। ਸਤਿਗੁਰੂ ਜੀ ਨੇ ਆਪ ਆਪਣੇ ਹੱਥੀਂ ਇਹਨਾਂ ਦਾ ਸੰਸਕਾਰ ਕੀਤਾ ਹੈ। ਸੁਰ ਲੋਕ ਬਾਸਾ ਪਾਏ। ਇਦਾਂ ਭਾਈ ਸੰਗੋ ਸ਼ਾਹ ਔਰ ਭਾਈ ਜੀਤ ਮੱਲ ਜੀ ਦੇਵਪੁਰੀ ਵਿੱਚ ਯਾਨੀ ਕਿ ਬੈਕੁੰਠ ਧਾਮ ਵਿੱਚ ਜਾ ਪਹੁੰਚੇ, ਸੁਖ ਪ੍ਰਾਪਤ ਕਰਦੇ ਨੇ। ਪਟ ਕਾਇਲ ਰਣ ਥਾਨ। ਜਿਹੜੇ ਜੰਗ ਦੇ ਮੈਦਾਨ 'ਚ ਘਾਇਲ ਹੋਏ ਸੂਰਮੇ ਹਨ, ਜ਼ਖਮੀ ਹੋਏ ਸੂਰਮੇ ਨੇ, ਉਚਵਾਏ ਕੈ ਪੁਰਿਆਨ। ਉਹ ਮਹਾਰਾਜ ਜੀ ਨੇ ਚੁਕਾ ਕੇ ਨਗਰ 'ਚ ਲਿਆਂਦੇ ਨੇ। ਕੇਵਲ ਆਪਣੇ ਸੂਰਮੇ ਹੀ ਨਹੀਂ, ਜਿਹੜੇ ਪਹਾੜੀਆਂ ਦੇ ਸੂਰਮੇ ਜੰਗ ਦੇ ਮੈਦਾਨ 'ਚ ਜ਼ਖਮੀ ਹਾਲਤ ਵਿੱਚ ਸਨ, ਉਹ ਵੀ ਮਹਾਰਾਜ ਜੀ ਨੇ ਚੁਕਾਏ, ਕਿਉਂਕਿ ਹੁਣ ਜੰਗ ਖਤਮ ਹੋ ਚੁੱਕਾ ਹੈ। ਹੁਣ ਮਾਨਵਤਾ ਦਾ ਧਰਮ ਨਿਭਾਉਣਾ ਹੈ। ਉਸ ਵਕਤ ਜਿਹੜੇ ਉਹ ਦੁਸ਼ਮਣਾਂ ਦੇ ਸੂਰਮੇ ਮਰੇ ਜੰਗ ਦੇ ਮੈਦਾਨ 'ਚ ਜਿਹੜੇ ਜ਼ਖਮੀ ਸੀ, ਉਹ ਵੀ ਚੁਕਾਏ। ਤੇ ਜਿਹੜੇ ਸਤਿਗੁਰਾਂ ਦੀ ਫੌਜ ਦੇ ਆਪਾ ਉਸ ਵੇਲੇ ਰਣ ਭੂਮੀ ਦਾ, ਕਿ ਕੰਮ ਦਿਲ ਆਦਮੀ ਰਣ ਭੂਮੀ ਦੇ ਉਸ ਮਾਹੌਲ ਨੂੰ ਆਪਣੀਆਂ ਅੱਖਾਂ ਨਾਲ ਵੇਖ ਨਹੀਂ ਸਕਦਾ। ਕਹਿੰਦੇ ਬਹੁਤ ਸਾਰੇ ਸੂਰਮੇ ਜਿਹੜੇ ਮਰੇ ਪਏ ਨੇ ਉਸ ਰਣ ਭੂਮੀ 'ਚ, ਜਿਹੜੇ ਤਾਜ਼ੇ ਮਰੇ ਸਨ ਹੁਣੇ ਅੱਜ ਦੇ ਜੰਗ ਦੇ ਵਿੱਚ, ਉਹਨਾਂ ਦੇ ਸਰੀਰਾਂ ਦੇ ਵਿੱਚੋਂ ਹੜ ਦੀ ਆਵਾਜ਼ ਜਿਹੜੀ ਹੈ
ਮਰਿਆਂ ਦੇ ਸਰੀਰਾਂ ਵਿੱਚੋਂ ਵੀ ਹੜ ਦੀ ਆਵਾਜ਼ ਹੋਈ ਹੈ। ਸ਼ਾਮ ਦਾ ਵੇਲਾ ਹੋਇਆ, ਪਰ ਬੜੀ ਭਿਆਨਕ ਹੈ। ਇਸ ਸੰਧਿਆ ਨੂੰ ਭਿਆਨਕ ਸੰਧਿਆ ਕਿਹਾ ਜਾ ਸਕਦਾ ਹੈ। ਬੋਲੋਤ ਹੈ ਰਣ ਮਾਂਜ, ਜੰਗ ਦੇ ਮੈਦਾਨ 'ਚ ਬਹੁਤ ਸਾਰੀਆਂ ਲਾਸ਼ਾਂ, ਬਹੁਤ ਸਾਰੀਆਂ ਲੋਥਾਂ ਜਿਹੜੀਆਂ ਨੇ ਉਹ ਖਿੰਡੀਆਂ ਹੋਈਆਂ ਹਨ। ਤਰਫੰਤ ਕਾਇਲ ਕੋਏ, ਔਰ ਕਈ ਘਾਇਲ ਹੋਏ ਜ਼ਖਮੀ ਹਾਲਤ ਦੇ ਵਿੱਚ ਤੜਫਦੇ ਹਨ। ਰਿਪ ਭਾਜ ਗਏ ਡਰ ਸੋਏ, ਔਰ ਜਿਹੜੇ ਪਹਾੜੀਏ ਦੁਸ਼ਮਣ ਸਨ ਉਹ ਸਤਿਗੁਰਾਂ ਦਾ ਭੈ ਮੰਨ ਕੇ, ਮਹਾਰਾਜ ਜੀ ਦੇ ਸੂਰਮਿਆਂ ਦੇ ਲੋਹੇ ਨੂੰ ਮੰਨ ਕੇ ਜੰਗ ਦੇ ਮੈਦਾਨ ਚੋਂ ਡਰ ਕੇ ਨੱਠ ਗਏ ਨੇ, ਭੱਜ ਗਏ ਹਨ। ਉਜਵਾਏ ਕਾਹੂ ਨਾ ਲੀਨ, ਉਹਨਾਂ ਦੇ ਜਿਹੜੇ ਜ਼ਖਮੀ ਸਨ ਜਾਂ ਉਹਨਾਂ ਦੇ ਜਿਹੜੇ ਸੂਰਮੇ ਮਰੇ ਨੇ, ਉਹਨਾਂ ਦੀਆਂ ਲਾਸ਼ਾਂ ਤੱਕ ਨਹੀਂ ਚੁੱਕ ਕੇ ਲੈ ਕੇ ਗਏ। ਹਾਲਾਂਕਿ ਜਦੋਂ ਰਣ ਭੂਮੀ ਵਿੱਚ ਜੰਗ ਸਮਾਪਤ ਹੁੰਦਾ ਹੈ, ਉਸ ਵਕਤ ਫਿਰ ਦੋਹਾਂ ਪਾਸਿਆਂ ਦੇ ਸੂਰਮੇ ਜਿਹੜੇ ਹੁੰਦੇ ਨੇ ਮਰੇ, ਉਹਨਾਂ ਦੀਆਂ ਲਾਸ਼ਾਂ ਚੁੱਕੀਆਂ ਜਾਂਦੀਆਂ ਨੇ। ਪਰ ਉਹ ਇਹੋ ਜਿਹੇ ਡਰ ਨਾਲ ਦੌੜੇ ਕਿ ਉਹਨਾਂ ਨੇ ਆਪਣੇ ਨਾਲ ਦੇ ਸਾਥੀਆਂ ਦੀਆਂ ਲਾਸ਼ਾਂ ਤੱਕ ਨਹੀਂ ਚੁੱਕੀਆਂ। ਮਰਿਆਂ ਨੂੰ ਤਾਂ ਕੀ ਚੁੱਕਣਾ ਸੀ, ਜਿਹੜੇ ਜ਼ਖਮੀ ਹਾਲਤ ਵਿੱਚ ਜਿਉਂਦੇ ਸਨ ਉਹਨਾਂ ਨੂੰ ਵੀ ਨਾਲ ਨਹੀਂ ਲੈ ਕੇ ਗਏ। ਇਹੋ ਜਿਹੇ ਕਾਇਰ ਤੇ ਗੀਦੀ ਪਹਾੜੀਏ ਹਨ। ਤਹਿ ਤਰਾਸ ਤੇ ਬਨ ਦੀਨ, ਔਰ ਤਰਾਸ ਰੱਖ ਕੇ ਆਪਣੇ ਮਨ 'ਚ ਦੀਨ ਹੋ ਕੇ ਦੁੱਖ ਪਾਏ ਪੇ ਮ੍ਰਿਤਿਉ ਸੋਏ। ਕਹਿੰਦੇ ਦੁੱਖ ਪਾ ਕੇ ਬਹੁਤ ਸਾਰੇ ਪਹਾੜੀਏ ਤੜਫਦੇ ਹੋਏ ਜੰਗ ਦੇ ਮੈਦਾਨ 'ਚ ਉਹਨਾਂ ਦੀ ਅਣਗਹਿਲੀ ਕਰਕੇ ਮਾਰੇ ਗਏ। ਜਿਨ ਕੋ ਉਠਾਏ ਨ ਕੋਏ, ਜਿਨ੍ਹਾਂ ਨੂੰ ਕੋਈ ਵੀ ਰਣ ਭੂਮੀ ਦੇ ਵਿੱਚੋਂ ਨਹੀਂ ਚੁੱਕਦਾ। ਤਬ ਸ਼੍ਰੀ ਗੁਰੂ ਹਟ ਆਏ, ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਹਨਾਂ ਨੂੰ ਵੀ ਉਠਾਇਆ ਤੇ ਉਹਨਾਂ ਦੀ ਮਲਮ ਪੱਟੀ ਦਾ ਪ੍ਰਬੰਧ ਕੀਤਾ। ਜਦੋਂ ਸ਼ਾਮ ਦਾ ਵੇਲਾ ਹੋ ਗਿਆ ਸੰਧਿਆ ਦਾ, ਤੋ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਭੰਗਾਣੀ ਦੇ ਮੈਦਾਨ 'ਚੋਂ ਵਾਪਸ ਆਏ ਨੇ ਸ੍ਰੀ ਪਾਉਂਟਾ ਸਾਹਿਬ ਵੱਲ। ਜੈ ਲਏ ਮਹਾ ਅਰ ਜੰਗ ਲੜ ਕੇ ਉਹਦੇ 'ਚ ਜਿੱਤ ਪ੍ਰਾਪਤ ਕਰਕੇ ਨਗਾਰਿਆਂ ਤੇ ਜਿੱਤ ਦੀਆਂ ਚੋਭਾਂ ਮਰਵਾਉਂਦਿਆਂ ਮਹਾਰਾਜ ਜੀ ਪਾਉਂਟਾ ਸਾਹਿਬ ਆਏ ਨੇ ਔਰ ਰਸਨਾ ਤੋਂ ਕਹਿ ਰਹੇ ਨੇ, ਭਾਈ ਜੀਤ ਮੇਰੀ ਕਿਰਪਾ ਕਾਲ ਕੇਰੀ, ਰਣੰਗ ਜੀਤ ਆਏ ਜੈ ਅੰਗੀਤ ਗਾਏ। ਇਹ ਕਹਿੰਦੇ ਆ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਉਂਟਾ ਸਾਹਿਬ ਆਏ ਹਨ। ਜੈ ਕੋ ਸੁਨਾਏ ਬਖਾਨ, ਔਰ ਰਸਨਾ ਤੋਂ ਜੈ ਜੈਕਾਰ ਦਾ ਨਾਦ ਸੁਣਾਈ ਦੇ ਰਿਹਾ। ਸੂਰਮੇ ਜੈ ਜੈਕਾਰ ਦਾ ਨਾਦ ਸੁਣਾ ਰਹੇ ਨੇ। ਹਰ ਖਾਏ ਵੀਰ ਮਹਾਨ, ਜਿਤਨੇ ਸੂਰਮੇ ਨੇ ਸਭ ਦੇ ਹਿਰਦਿਆਂ ਵਿੱਚ ਬੜਾ ਖੇੜਾ ਹੈ। ਜੰਗ ਦੇ ਮੈਦਾਨ 'ਚ ਜਿੱਤ ਦਾ ਬੜਾ ਵੱਡਾ ਭਾਰੀ ਖੇੜਾ ਹੈ। ਰਣ ਬਾਤ ਪਾਖਤ ਬ੍ਰਿੰਦ, ਔਰ ਰਸਤੇ ਵਿੱਚ ਆਉਂਦਿਆਂ ਜੰਗ ਦੇ ਮੈਦਾਨ 'ਚ ਜਿਵੇਂ ਅੱਜ ਦਿਨੇ ਜੰਗ ਹੋਇਆ, ਕਿਸ ਪ੍ਰਕਾਰ ਨਾਲ ਕਿਸ ਨੇ ਜੰਗ ਕੀਤਾ ਹੈ, ਕਿਸ ਪ੍ਰਕਾਰ ਨਾਲ ਕਿਸ ਨੇ ਵਾਰ ਚਲਾਏ ਨੇ, ਉਹ ਸਾਰੇ ਯੋਧੇ ਆਪਸ ਵਿੱਚ ਗੱਲਾਂ ਕਰਦੇ ਆ ਰਹੇ ਹਨ। ਗਿਰਨਾਥ ਤਰਾਸ ਬਿਲੰਦ, ਕਿ ਕਿਵੇਂ ਪਹਾੜੀ ਰਾਜੇ ਤੇ ਉਹਨਾਂ ਦੇ ਸੂਰਮੇ ਡਰੇ ਨੇ, ਭੈ ਭੀਤ ਹੋਏ ਹਨ। ਚਲ ਮੰਦ ਮੰਦੇ ਆਏ, ਉਹ ਮੰਦ ਹੋ ਕੇ ਵਾਪਸ ਨੂੰ ਮੁੜ ਗਏ ਨੇ ਸ਼੍ਰੀਨਗਰ ਵਾਲੇ ਪਾਸੇ। ਮਿਲ ਪੁੰਜ ਦੇਤ ਵਧਾਏ, ਔਰ ਸਤਿਗੁਰੂ ਜੀ ਆਪਣੇ ਸੂਰਮਿਆਂ ਸਮੇਤ ਜਦੋਂ ਪਾਉਂਟਾ ਸਾਹਿਬ ਆਏ ਨੇ, ਪਾਉਂਟਾ ਸਾਹਿਬ ਦੇ ਜਿਹੜੇ ਵਸਿੰਦੇ ਨੇ ਅੱਗੋਂ ਆ ਕੇ ਸਤਿਗੁਰਾਂ ਨੂੰ ਮਿਲ ਕੇ ਵਧਾਈ ਦਿੰਦੇ ਹਨ। ਜੰਗ ਜਿੱਤਣ ਦੀ, ਜੰਗ ਫਤਿਹ ਕਰਨ ਦੀ ਵਧਾਈ ਦਿੰਦੇ ਹਨ। ਨਿਸ ਬੀਤ ਗਈ ਘਟ ਚਾਰ, ਇਦਾਂ 4 ਘੜੀਆਂ ਰਾਤ ਤਕਰੀਬਨ ਬਤੀਤ ਹੋ ਗਈ। ਉਤਰੇ ਗੁਰੂ ਨਿਜ ਦਵਾਰ, 4 ਘੜੀਆਂ ਰਾਤ ਬੀਤੀ ਸੀ। ਰਾਤ ਦਾ ਕਾਫੀ ਹਨੇਰਾ ਪੈ ਚੁੱਕਾ ਸੀ ਜਦੋਂ ਮਹਾਰਾਜ ਜੀ ਆਪਣੇ ਘਰ ਦੇ ਦਰਵਾਜ਼ੇ ਤੇ ਆਣ ਕੇ ਆਪਣੇ ਕਿਲੇ ਦੇ ਮੁੱਖ ਦੁਆਰ ਤੇ ਉਤਰੇ ਹਨ। ਸਭ ਸ਼ਸਤਰ ਬਸਤਰ ਉਤਾਰ, ਘਰ ਆ ਕੇ ਗੁਰਦੇਵ ਨੇ ਆਪਣੇ ਸ਼ਸਤਰ ਬਸਤਰ ਉਤਾਰੇ ਨੇ, ਕਮਰ ਕੱਸਾ ਖੋਲਿਆ ਹੈ। ਇਸ਼ਨਾਨ ਆਦਿਕ ਤਾਰ, ਜਲ ਆਇਆ ਮਹਾਰਾਜ ਸੱਚੇ ਪਾਤਸ਼ਾਹ ਨੇ ਨਿਰਮਲ ਜਲ ਨਾਲ ਇਸ਼ਨਾਨ ਕੀਤਾ ਹੈ। ਚਿਤਵੰਤ ਸੰਗੋ ਸ਼ਾਹ, ਮਹਾਰਾਜ ਸੱਚੇ ਪਾਤਸ਼ਾਹ ਜੀ ਹੁਣ ਭਾਈ ਸੰਗੋ ਸ਼ਾਹ ਨੂੰ ਚੇਤੇ ਕਰਦੇ ਹਨ। ਇਸ਼ਨਾਨ ਕਰਕੇ ਜਦੋਂ ਆ ਕੇ ਬੈਠੇ ਨਾ, ਉਹਨਾਂ ਦਾ ਸੰਸਕਾਰ ਕਰਨ ਤੋਂ ਬਾਅਦ ਵਾਹਵਾ ਰਾਤ ਪੈ ਚੁੱਕੀ, ਭਾਈ ਸੰਗੋ ਸ਼ਾਹ ਨੂੰ ਯਾਦ ਕਰਦੇ, ਕਿਉਂਕਿ ਭਾਈ ਸੰਗੋ ਸ਼ਾਹ ਜੀ
ਕਲਗੀਧਰ ਜੀ ਨਾਲ ਜਦੋਂ ਮਹਾਰਾਜ ਜੀ ਆਨੰਦਪੁਰ ਸਾਹਿਬ ਸਨ, ਬਚਪਨ 'ਚ ਨਾਲ ਹੀ ਰਹੇ ਨੇ ਔਰ ਬੜਾ ਸਨੇਹ ਸੀ। ਇਹ ਜਿਹੜਾ ਚੇਤੇ ਕਰਨਾ ਨਾ ਖਾਲਸਾ ਜੀ, ਇਹ ਉਹ ਚੇਤੇ ਕਰਨਾ ਜਿਹਦੇ ਬਾਰੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ, ਰੋਬਹਿ ਲਾਏ ਪਿਆਰੋ। ਮੋਹ ਵਸ ਹੋ ਕੇ ਆਪਣੇ ਸਵਾਰਥ ਵਾਸਤੇ ਰੋਣ ਦੀ ਗੱਲ ਨਹੀਂ, ਇੱਕ ਉਹਨਾਂ ਦੇ ਗੁਣਾਂ ਨੂੰ ਸਿਮਰ ਕਰਕੇ, ਉਹਨਾਂ ਦੇ ਗੁਣਾਂ ਨੂੰ ਚੇਤੇ ਕਰਕੇ, ਹੇਤ ਕਰਕੇ ਮਨ 'ਚ ਵੈਰਾਗ ਆਉਣਾ। ਕਲਗੀਆਂ ਵਾਲੇ ਪਾਤਸ਼ਾਹ ਦਾ ਹਿਰਦਾ ਕਿਤਨਾ ਕੋਮਲ ਤੇ ਦਰਵੀਭੂਤ ਹੈ। ਭਾਈ ਸੰਗੋ ਸ਼ਾਹ ਜੀ ਨੂੰ ਮਹਾਰਾਜ ਜੀ ਚੇਤੇ ਕਰਦੇ ਹਨ। ਹਰ ਜੀਤ ਮਲ ਸੁਭਾਅ, ਫਿਰ ਭਾਈ ਜੀਤ ਮਲ ਦਾ ਜਿਹੜਾ ਸੁਭਾਅ ਹੈ, ਉਹਨਾਂ ਦੀ ਜਿਹੜੀ ਬਿਰਤੀ ਹੈ, ਉਹਨੂੰ ਸਲਾਉਂਦੇ ਹਨ। ਸਭ ਆਪੇ ਆਪਨ ਡੇਰ, ਮਹਾਰਾਜ ਜੀ ਦੇ ਜਿੰਨੇ ਸੂਰਮੇ ਨੇ ਸਾਰੇ ਆਪੋ ਆਪਣੇ ਡੇਰਿਆਂ ਤੇ ਜਿੱਥੇ ਜਿੱਥੇ ਜਿਨ੍ਹਾਂ ਸੂਰਮਿਆਂ ਦਾ ਪੜਾਅ ਹੈ ਪਹੁੰਚੇ ਹਨ। ਉਤਰੇ ਆਨੰਦ ਬਡੇਰ, ਸਭ ਦੇ ਹਿਰਦਿਆਂ ਵਿੱਚ ਆਨੰਦ ਹੈ। ਭਾਵੇਂ ਕਿ ਬਹੁਤ ਸੂਰਮੇ ਰਣ ਭੂਮੀ ਵਿੱਚ ਸਤਿਗੁਰਾਂ ਦੇ ਵੀ ਸ਼ਹੀਦ ਹੋਏ ਨੇ, ਪਰ ਸਿੱਖਾਂ ਨੂੰ, ਯੋਧਿਆਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅਸੀਂ ਜੰਗ ਜਿੱਤ ਕੇ ਆਏ ਹਾਂ। ਰਣ ਗਾਥ ਥਾਨੇ ਥਾਨ, ਔਰ ਜੰਗ ਦੇ ਮੈਦਾਨ ਦੀ ਜਿਹੜੀ ਗਾਥਾ ਹੈ, ਰਣ ਭੂਮੀ 'ਚ ਜਿਵੇਂ ਸੂਰਮੇ ਲੜੇ ਨੇ, ਉਹ ਆਪੋ ਆਪਣੇ ਡੇਰਿਆਂ ਤੇ ਉਤਰ ਕੇ ਗੱਲਾਂ ਕਰਦੇ ਨੇ, ਬਾਤਾਂ ਕਰਦੇ ਹਨ। ਮਿਲ ਵੀਰ ਬ੍ਰਿੰਦ ਬਖਾਨ, ਬਹੁਤ ਸਾਰੇ ਯੋਧੇ ਆਪਸ ਵਿੱਚ ਮਿਲ ਕੇ ਰਣ ਭੂਮੀ ਦੀ ਗੱਲ ਕਰ ਰਹੇ ਨੇ। ਰਣ ਪੀਰੂ ਤਿਆਗ ਪਰਾਏ, ਕਹਿੰਦੇ ਵੇਖੋ ਜਿਹੜੇ ਕਾਇਰ ਸਨ, ਭੀਰੂ ਸਨ, ਗੀਦੀ ਸਨ, ਕਾਮਦਿਲ ਸਨ, ਉਹ ਰਣ ਭੂਮੀ ਨੂੰ ਛੱਡ ਕੇ ਨੱਠ ਗਏ ਨੇ, ਭੱਜ ਗਏ ਨੇ। ਜਿਨ ਸੂਰ ਕੀ ਨਸਕਾਏ, ਔਰ ਜਿਹੜੇ ਸੂਰਮੇ ਨੇ, ਉਹ ਸੂਰਮੇ ਜੰਗ ਦੇ ਮੈਦਾਨ 'ਚ ਲੜੇ ਨੇ, ਕਈ ਘਾਇਲ ਹੋਏ, ਸ਼ਹੀਦ ਹੋਏ। ਸਭ ਕੀ ਕਹੇ ਕਰਤੂਤ, ਜਿਹੜਾ ਜੰਗ ਦੇ ਮੈਦਾਨ 'ਚੋਂ ਕਾਇਰ ਬਣ ਕੇ ਭੱਜਿਆ, ਗੱਲ ਉਹਨਾਂ ਦੀ ਵੀ ਕਰਦੇ ਨੇ, ਤੇ ਜਿਹੜੇ ਰਣ ਭੂਮੀ ਦੇ ਵਿੱਚ ਬਹਾਦਰੀ ਨਾਲ ਲੜੇ ਨੇ ਜਾਂ ਸ਼ਹੀਦ ਹੋਏ ਨੇ, ਉਹਨਾਂ ਦੀ ਵੀ ਗੱਲ ਕਰਦੇ ਹਨ। ਗੁਰ ਕੋ ਮਹਾ ਜਸ ਪੂਤ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਜੋ ਪਵਿੱਤਰ ਜਸ ਹੈ, ਸਤਿਗੁਰਾਂ ਦੀ ਜੋ ਪਵਿੱਤਰ ਸੋਭਾ ਹੈ, ਉਹ ਹਰ ਇੱਕ ਦੀ ਰਸਨਾ ਦੇ ਉੱਤੇ ਹੈ। ਹਰ ਇੱਕ ਮਾਈ ਭਾਈ ਮਹਾਰਾਜ ਗੁਰੂ ਕਲਗੀਧਰ ਜੀ ਦੀ ਉਪਮਾ ਕਰ ਰਿਹਾ ਹੈ। ਨਿਸਮੈ ਟਿਕੇ ਸਭ ਵੀਰ, ਇਹਦਾ ਰਾਤ ਪੈ ਚੁੱਕੀ ਹੈ ਕਾਫੀ, ਸਾਰੇ ਸੂਰਮੇ ਆਪੋ ਆਪਣੀਆਂ ਥਾਵਾਂ ਤੇ ਟਿਕ ਗਏ। ਸੁਪਤੇ ਜਥਾ ਸੁਖ ਧੀਰ, ਸੁਖ ਦੇ ਨਾਲ, ਬੜੇ ਠਰਮੇ ਦੇ ਨਾਲ ਸਾਰੇ ਆਪੋ ਆਪਣੇ ਆਸਣਾਂ ਤੇ ਸੁੱਤੇ ਹਨ।